ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦੇ 39ਵੇਂ ਅੰਗ ਦਾ ਬਾਕੀ ਦਾ ਭਾਗ। ਮੈਂ ਤਾਂ ਆਪਣੇ ਪਰਿਵਾਰ ਦੀਆਂ ਲਾਸ਼ਾਂ ਕੋਲ ਬੈਠੀ ਹਾਂ। ਤੁਸੀਂ ਕੌਣ ਹੋ ਬਾਬਾ ਜੀ? ਮਰਦਾਨੇ ਨੇ ਜਗ੍ਹਾ ਪਛਾਣ ਲਈ ਸੀ। ਇੱਕ ਮਲਕ ਭਾਗੋ ਦੀ ਹਵੇਲੀ ਦੇ ਖੰਡਰ ਸਨ। ਕੋਈ ਲੰਘਦਾ ਚਿਹਰਾ ਲਾਸ਼ਾਂ ਵਿਚਕਾਰ ਬੈਠੇ ਦੋ ਫਕੀਰਾਂ ਨੂੰ ਅਜੀਬ ਢੰਗ ਨਾਲ ਵੇਖਦਾ। ਮੈਂ ਮਲਕ ਭਾਗੋ ਦੀ ਕੁੜੀ ਹਾਂ। ਮੈਂ ਤੁਹਾਨੂੰ ਵੀ ਪਛਾਣ ਲਿਆ। ਨਾਨਕ ਸ਼ਾਹ। ਮਰਦਾਨੇ ਦਾ ਜੀ ਕੀਤਾ ਉਹ ਵੀ ਉਹਦਾ ਸਿਰ ਪਲੋਸੇ। ਮੈਂ ਬਹੁਤ ਛੋਟੀ ਸਾਂ ਜਦੋਂ ਤੁਸੀਂ ਸਾਡੀ ਹਵੇਲੀ ਆਏ ਸੀ। ਇਹ ਉਹੀ ਥਾਂ ਹੈ ਜਿੱਥੇ ਤੁਸੀਂ ਸੱਚ ਤੇ ਕੂੜ ਦਾ ਨਿਪਟਾਰਾ ਕਰਨ ਖੜ੍ਹੇ ਸੀ। ਉੱਚੀ ਉੱਚੀ ਰੋਣ ਲੱਗੀ। ਇਸ ਵਾਰੀ ਬੱਚੇ ਨੂੰ ਉਹਨੇ ਛਾਤੀ ਤੋਂ ਅਲੱਗ ਨਹੀਂ ਕੀਤਾ। ਜਾਗਦਾ ਬੱਚਾ ਚੁਫੇਰੇ ਵੇਖ ਰਿਹਾ ਸੀ। ਬਾਬਾ ਬਹੁਤ ਦਿਨਾਂ ਬਾਅਦ ਛੋਟਾ ਫਰਿਸ਼ਤਾ ਵੇਖਿਆ। ਮਰਦਾਨੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ਲਾਸ਼ਾਂ 'ਚ ਕੌਣ ਬੋਲ ਰਿਹਾ? ਘਰਾਂ 'ਚ ਲੁਕੇ ਲੋਕ ਬਾਹਰ ਵੱਲ ਝਾਕਣ ਲੱਗੇ। ਫਿਰ ਉਹ ਹਵੇਲੀ ਦੀ ਥੇਹ ਉੱਪਰ ਉੱਚੀ ਜਗ੍ਹਾ ਜਾ ਖੜ੍ਹੇ। ਲੋਕਾਂ ਨੇ ਵੇਖਿਆ ਇੱਕ ਫਕੀਰ ਖੰਡਰਾਂ ਉੱਪਰ ਖੜ੍ਹਾ ਗਾ ਰਿਹਾ, ਦੂਜਾ ਸਾਜ਼ ਵਜਾ ਰਿਹਾ ਸੀ। ਕਈ ਦਿਨਾਂ ਦੀਆਂ ਚੀਖਾਂ ਕੁਰਲਾਟਾਂ ਤੋਂ ਬਾਅਦ ਸੈਦਪੁਰ 'ਚ ਇੱਕ ਆਵਾਜ਼ਾਂ ਦੀ ਕੋਮਲਤਾ ਸੁਣ ਰਹੀ ਸੀ। ਰਬਾਬ ਦੀਆਂ ਧੁਨਾਂ ਨਾਲ ਪਿੱਪਲ 'ਤੇ ਲਟਕਦੀਆਂ ਚਮਗਿੱਦੜਾਂ ਦੇ ਉਤਾਂਹ ਬੈਠੇ ਉੱਲੂ ਨੇ ਸਰੀਰ ਝਟਕਿਆ। ਦੋਵਾਂ ਨੂੰ ਚਾਨਣ ਦੀ ਟੀਸ ਸੀ। ਲਾਲੋ ਵਾਲੋਂ ਚੌਥੀ ਵਾਰ ਜਾ ਰਹੇ ਸਨ। ਇਹਨਾਂ ਗਲੀਆਂ 'ਚ ਕਦੇ ਇਸ ਤਰ੍ਹਾਂ ਹੱਦਾਂ ਨਹੀਂ ਸੀ ਰੁਕੀਆਂ। ਇਹ ਸਮੂਹਕ ਅੰਧਕਾਰ ਸੀ। ਹੁਣੇ ਗਾਏ ਬੋਲ ਰੁਕ ਕੇ ਇੱਕ ਝਾਕਵੀਂ ਗੂੰਜ 'ਚ ਕਿਤੇ ਠਹਿਰ ਗਏ ਸਨ। ਸਾਹ ਉੱਤੇ ਸੁਣਦੀ ਚੋਟ ਵੱਧ ਗਈ ਸੀ। ਇਹ ਸਮੂਹਕ ਮੌਤਾਂ ਦਾ ਸੋਗ ਸੀ। ਇਹਦੇ 'ਚ ਮਾਤਮ ਘੱਟ, ਭੈ ਜ਼ਿਆਦਾ ਸਨ। ਫਿਰ ਵੀ ਦੋ ਫਕੀਰ ਹਥਿਆਰਾਂ ਦੀ ਜਗ੍ਹਾ ਇੱਕ ਸਾਜ਼ ਦੇ ਸਹਾਰੇ ਪੀੜਾਂ ਦੇ ਇਸ ਤੀਰਥ ਵਿੱਚੋਂ ਦੀ ਲੰਘ ਰਹੇ ਸਨ। ਹੁਣੇ ਖਤਮ ਹੋਏ ਗਾਇਨ 'ਚੋਂ ਕੋਈ ਵੀ ਉਹਨਾਂ ਪਿੱਛੇ ਨਹੀਂ ਸੀ ਤੁਰ ਸਕਿਆ। ਇੱਕ ਪਹਿਰ ਪਹਿਲਾਂ ਜੰਗੀ ਨਗਾਰਿਆਂ ਦੀ ਗੂੰਜ ਜੋ ਛਿਪਦੇ ਵੱਲ ਸੁਣੀ ਸੀ, ਹੁਣ ਦੱਖਣ ਵੱਲ ਚਲੀ ਗਈ ਸੀ। ਅੱਗੇ ਪੂਰੀ ਗਲੀ ਦੀ ਥੇਹ ਉੱਪਰ ਘੋੜਿਆਂ ਥੱਲਿਓਂ ਸਵਾਰੀ ਦੀਆਂ ਪਛਾਣਾਂ ਕਰਦੇ ਕੁਝ ਲੋਕ ਫਿਰ ਰਹੇ ਸਨ। ਜ਼ਖਮੀ ਘੋੜਿਆਂ ਥੱਲਿਓਂ ਸਵਾਰਾਂ ਨੂੰ ਕੱਢਣ ਲਈ ਬੰਦਿਆਂ ਦੀ ਗਿਣਤੀ ਬਹੁਤ ਘੱਟ ਸੀ। ਕਦੇ ਕਦੇ ਕਿਸੇ ਦੀ ਤਲਖ ਆਵਾਜ਼ ਸੁਣਦੀ। ਹੁਣ ਲੋਧੀਆਂ ਦੀ ਉਦਾਸ ਖੱਚਰ ਵਾਂਗ ਕਿਉਂ ਖੜਾਂ? ਫਕੀਰੋ, ਜਰਾ ਸਹਾਰਾ ਲਾਉਣਾ, ਬੰਦੇ 'ਚ ਸਾਹ ਹੈਗੇ ਨੇ। ਮਰਦਾਨੇ ਨੇ ਥੇਹ ਉੱਪਰੋਂ ਦੂਰ ਤੱਕ ਖੰਡਰ ਬਣੇ ਸੈਦਪੁਰ ਨੂੰ ਦੁਬਾਰਾ ਵੇਖਿਆ। ਅਗਲੇ ਦੁੱਖਾਂ ਦੀ ਉਡੀਕ ਕਰਦੇ ਚਿਹਰਿਆਂ ਦੀ ਨੁਹਾਰ ਹਾਲੇ ਸਾਹਾਂ ਦੇ ਥੰਮਲਿਆਂ ਨਾਲ ਸੰਭਾਲੀ ਨਹੀਂ ਸੀ ਜਾ ਰਹੀ। ਬਾਬਾ, ਜਾਂ ਤਾਂ ਆਪਣੇ ਵਰਗਾ ਕਰਦੇ ਜਾਂ ਪਿੱਛੇ ਮੁੜ ਚੱਲ। ਮੈਥੋਂ ਨਹੀਂ ਵੇਖਿਆ ਜਾਂਦਾ ਹੁਣ। ਇੱਧਰ ਵੇਖ ਮਰਦਾਨਿਆਂ, ਮੈਂ ਵੀ ਉਹੀ ਨਾਨਕ ਹਾਂ ਜੋ ਤਲਵੰਡੀ ਦੀਆਂ ਗਲੀਆਂ 'ਚ ਫਿਰਦਾ ਸੀ। ਜੋ ਸ਼ੁਰੂ ਹੋਇਆ ਉਹ ਖ਼ਤਮ ਵੀ ਹੋਏਗਾ। ਕੁਛ ਦੇਰ ਲਈ ਮਰਦਾਨਾ ਲਾਸ਼ਾਂ ਉਠਾਉਂਦੇ ਲੋਕਾਂ 'ਚ ਹੀ ਬੈਠ ਗਿਆ। ਸਾਜ਼ ਨਾਲ ਹੀ ਥੱਕ ਗਿਆ। ਸੈਦਪੁਰ ਦੇ ਲੋਕਾਂ ਵੱਲ ਵੇਖ। ਲਾਸ਼ਾਂ ਕਹਿੰਦੀਆਂ ਨੇ ਅਸੀਂ ਮੁੱਕਣਾ ਨਹੀਂ। ਅਸੀਂ ਕਹਿੰਦੇ ਅਸੀਂ ਹਟਣਾ ਨਹੀਂ। ਹੰਝੂਆਂ ਨਾਲ ਭਰੀਆਂ ਲੋਕਾਂ ਦੀਆਂ ਅੱਖਾਂ ਦੋ ਫਕੀਰਾਂ ਨਾਲ ਲਾਸ਼ਾਂ ਚੁੱਕਣ ਲੱਗੀਆਂ। ਲਾਲੋ ਦਾ ਘਰ ਬਹੁਤ ਮੁਸ਼ਕਲ ਨਾਲ ਲੱਭਾ। ਘਰ ਤਾਂ ਫੇਰ ਵੀ ਨਹੀਂ ਸੀ। ਵਿਹੜੇ 'ਚ ਪਏ ਸੰਦਾਂ ਤੋਂ ਜਗ੍ਹਾ ਪਛਾਣੀ ਗਈ ਸੀ। ਹੰਝੂਆਂ ਨਾਲ ਹੱਸਦਾ ਲਾਲੋ ਇੱਕ ਟੱਕ ਬਾਬੇ ਵੱਲ ਵੇਖ ਰਿਹਾ ਸੀ। ਕਈ ਸਾਲਾਂ ਪਿੱਛੋਂ ਮਰਦਾਨੇ ਨੂੰ ਕਿਸੇ ਨੇ ਘੁੱਟ ਕੇ ਜੱਫੀ ਪਾਈ ਸੀ। ਅਖੀਰ 'ਚ ਲਾਲੋ ਨੇ ਕਿਸੇ ਬੱਚੇ ਵਾਂਗ ਮਰਦਾਨੇ ਦੇ ਗਲ ਕੋਲ ਗਰਮ ਸਾਹਾਂ ਨਾਲ ਕੁਝ ਕਹਿਣਾ ਚਾਹਿਆ ਸੀ। ਵਿਹੜੇ 'ਚ ਪਏ ਸੰਦਾਂ ਕੋਲ ਰਬਾਬ ਤੇ ਪੰਡੋਕਲੀ ਨੇ ਰੌਣਕ ਲਾ ਦਿੱਤੀ ਸੀ। ਅੱਗ ਬਾਲ ਲਾਲੋ। ਚੁਫੇਰੇ ਮੀਂਹ ਨਾਲ ਧੋਤਿਆ ਹਨੇਰਾ ਸੀ। ਨਿੱਖਰੀ ਰਾਤ ਦੇ ਸੱਜਰੇ ਤਾਰੇ ਚਮਕ ਰਹੇ ਸਨ। ਇੱਕ ਉਜਾੜ 'ਚ ਬਲਦੀ ਅੱਗ ਸਾਹਮਣੇ ਤਿੰਨ ਜਣੇ ਬੈਠੇ ਸਨ। ਫਿਰ ਟਿਕਦੀ ਰਾਤ ਦੇ ਸਹਿਮ 'ਚੋਂ ਕੀਰਨੇ ਕੁਰਲਾਟਾਂ ਸੁਣਨ ਲੱਗੀਆਂ। ਇਹ ਉਹ ਆਵਾਜ਼ਾਂ ਸਨ ਜਿਨ੍ਹਾਂ ਨੂੰ ਸਹਿਮ ਵੀ ਨਹੀਂ ਸੀ ਰੋਕ ਸਕਿਆ। ਥੋੜ੍ਹੀ ਦੇਰ ਬਾਅਦ ਬਾਬਾ ਧਿਆਨ 'ਚ ਬੈਠ ਗਿਆ। ਵਿਹੜੇ ਦੇ ਦੂਜੇ ਸਿਰੇ ਬੈਠੇ ਲਾਲੋ ਤੇ ਮਰਦਾਨਾ ਧੀਮੀ ਸੁਰ 'ਚ ਗੱਲਾਂ ਕਰਦੇ ਰਹੇ। ਮੇਰਾ ਗੁਰ ਭਾਈ ਅੱਜ ਹਾਜੀ ਬਣ ਕੇ ਪਰਤਿਆ। ਤੂੰ ਕਿਸਮਤਾਂ ਦਾ ਵਲੀ ਏ ਮਰਦਾਨਿਆ। ਹਾਜੀ ਵੀ ਹੋ ਗਿਆ। ਮੇਰੇ ਨਾਲ ਸੋਝੀਆਂ ਦਾ ਪੀਰ ਵੀ ਚੱਲਦਾ ਰਿਹਾ। ਫਿਰ ਵੀ ਸੈਦਪੁਰੇ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਪੈ ਰਹੀ ਲਾਲੋ। ਜਿਹਨੂੰ ਮੁਹੰਮਦ ਸਾਹਿਬ ਦੀ ਗਵਾਹੀ ਨਹੀਂ ਯਾਦ ਆਈ, ਉਹਨਾਂ ਉੱਤੇ ਕੀ ਮਾਖਦਾ। ਲੋਕਾਇਤ ਦਾ ਦਰਦ ਤਾਂ ਹਾਲੇ ਬਹੁਤ ਪਿੱਛੋਂ ਸੁਣਨਾ ਸੀ। ਮੈਨੂੰ ਬਾਬੇ ਨਾਲ ਫਿਰਦਿਆਂ ਕਾਂਬੇ ਆਉਂਦੇ ਰਹੇ ਲਾਲੋ। ਤੂੰ ਇਕੱਲਾ ਇਹਨਾਂ ਕੁਫਰਾਂ ਵਿੱਚੋਂ ਦੀ ਕਿਵੇਂ ਲੰਘਿਆ? ਮਰਦਾਨਾ ਸੈਦਪੁਰ ਦੀ ਹਕੀਕਤ ਸੁਣਨਾ ਚਾਹੁੰਦਾ ਸੀ। ਸਿਆਲਕੋਟ ਨੇ ਈਨ ਮੰਨ ਲਈ ਸੀ, ਪਰ ਸੈਦਪੁਰ ਨੇ ਲੜਨ ਦਾ ਫੈਸਲਾ ਕੀਤਾ। ਇਹ ਤੋਂ ਪਹਿਲਾਂ ਮਰਦਾਨਾ ਅਗਲਾ ਸਵਾਲ ਪੁੱਛਦਾ, ਲਾਲੋ ਨਾਲ ਹੀ ਬੋਲ ਪਿਆ, ਤੇਰੇ ਨਾਲ ਤਾਂ ਸੋਝੀਆਂ ਦਾ ਪ੍ਰਕਾਸ਼ ਚੱਲ ਰਿਹਾ ਸੀ। ਤੂੰ ਕਿਉਂ ਇਹ ਪ੍ਰਸ਼ਨ ਬਣਨ ਦਿੱਤਾ? ਮੈਂ ਤਾਂ ਦੀਵਾ ਹਾਂ। ਗੁਰੂ ਤੇਲ ਪਾਏਗਾ ਤਾਂ ਬਲਾਂਗਾ। ਇਸ ਵਾਰੀ ਦੀਵੇ 'ਚ ਤੇਲ ਦਿਸਦਾ ਹੈ ਗੁਰ ਭਾਈ। ਹਨੇਰੇ 'ਚ ਮਰਦਾਨੇ ਨੇ ਲਾਲੋ ਨੂੰ ਨੀਝ ਲਾ ਕੇ ਵੇਖਣਾ ਚਾਹਿਆ। ਇਹ ਔਖੀਆਂ ਘੜੀਆਂ 'ਚ ਸੌਖੇ ਸਵਾਲ ਪੁੱਛਦਾ ਲਾਲੋ ਕਿੰਨਾ ਸੋਹਣਾ ਲੱਗ ਰਿਹਾ ਸੀ। ਠੀਕ ਉਸੇ ਵੇਲੇ ਬਾਬੇ ਦੀ ਆਵਾਜ਼ ਸੁਣੀ। ਬਹੁਤ ਰਾਤ ਹੋ ਗਈ ਏ ਮਰਦਾਨਿਆ।
ਦੋਵਾਂ ਦੇ ਕਹਿਣ 'ਚ ਇੱਕੋ ਜਿਹੇ ਭਾਵ ਸਨ। ਸਿੱਧਾ ਪਿਆ ਮਰਦਾਨਾ ਦੇਰ ਤੱਕ ਅਸਮਾਨ ਵੱਲ ਵੇਖਦਾ ਰਿਹਾ। ਬਿਨਾਂ ਕਿਸੇ ਪ੍ਰਸ਼ਨ ਤੋਂ ਅਸਮਾਨ ਵੱਲ ਵੇਖਣਾ ਵੀ ਕਿੰਨਾ ਔਖਾ ਸੀ। ਅੱਜ ਸਾਰਾ ਦਿਨ ਉਹ ਸੈਦਪੁਰ ਦੀ ਗਲੀ ਗਲੀ ਘੁੰਮਦੇ ਰਹੇ। ਲੋਕਾਂ ਨੇ ਸ਼ੱਕ ਨਾਲ ਵੀ ਵੇਖਿਆ, ਇਹ 3 ਫਕੀਰ ਘਰਾਂ ਅੰਦਰ ਝਾਕਦੇ ਕਿਹਨੂੰ ਭਾਲ ਰਹੇ ਨੇ। ਅਗਲੇ ਦੁੱਖ ਦੀ ਉਡੀਕ ਕਰਦੀ ਉਹਨਾਂ ਚਿਹਰਿਆਂ ਦੀ ਨੁਹਾਰ ਅਤੀਤ ਬਾਰੇ ਬਹੁਤ ਸੰਭਲ ਕੇ ਬੋਲਦੀ। ਉਹਨਾਂ ਨੇ ਤਾਂ ਦੀਨੀ ਲਿਹਾਜ਼ ਵੀ ਨਹੀਂ ਕਰਿਆ। ਇਹ ਖੁਰਾਸਾਨ ਦੀ ਧਰਤੀ ਹਿੰਦੂ ਨੂੰ ਇਸ ਤਰ੍ਹਾਂ ਕਿਉਂ ਵੇਖਦੀ ਹੈ। ਉਹਨਾਂ ਹਰ ਬੰਦੇ ਦੀ ਗੱਲ ਸੁਣੀ ਜੋ ਬੋਲਣਾ ਚਾਹੁੰਦਾ ਸੀ। ਉਹਨਾਂ ਘਰਾਂ 'ਚ ਵੀ ਗਏ ਜਿਨ੍ਹਾਂ 'ਚ ਬੱਚੇ ਤੇ ਤੀਵੀਆਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਬੰਦੇ ਮਾਰੇ ਗਏ ਸਨ ਤੇ ਕੁਆਰੀਆਂ ਨੂੰ ਉਹ ਨਾਲ ਲੈ ਗਏ ਸਨ। ਸੈਦਪੁਰ ਦੀਆਂ ਗਲੀਆਂ ਦਾ ਇਹ ਸਫ਼ਰ ਸੌਖਾ ਨਹੀਂ ਸੀ। ਬਾਬਾ ਹਰ ਦਰਦ ਦੀ ਚੀਖ ਲਈ ਨਜ਼ਰਾਂ ਮਿਲਾਉਂਦਾ, ਉਖੜੇ ਸਾਹਾਂ ਦੀ ਚੋਟ ਸੁਣਦਾ। ਉਹ ਰਾਹਾਂ 'ਚ ਸੁੱਕ ਗਏ ਖੂਨਾਂ ਉੱਪਰੋਂ ਦੀ ਲੰਘੇ, ਚੁਫੇਰੇ ਲਾਸ਼ਾਂ ਦਾ ਮੁਸ਼ਕ ਮਾਰ ਰਿਹਾ ਸੀ। ਜਿਸ ਘਰ ਦਾ ਕੋਈ ਨਹੀਂ ਸੀ ਬਚਿਆ, ਉੱਥੇ ਲਾਸ਼ਾਂ ਜਿਉਂ ਦੀਆਂ ਤਿਉਂ ਪਈਆਂ ਸਨ। ਉਹ ਅਵਾਨ ਪਿੰਡ ਵੀ ਗਏ ਜਿੱਥੇ ਬਾਬਰ ਨੇ ਸੈਦਪੁਰ ਉੱਪਰ ਹਮਲਾ ਕਰਨ ਲਈ ਡੇਰਾ ਲਾਇਆ ਸੀ। ਹਾਲੇ ਵੀ ਰਾਹਾਂ 'ਚ ਭੱਜੇ ਜਾਂਦੇ ਰੱਥ ਘੋੜਿਆਂ ਸਮੇਤ ਰਾਹਾਂ 'ਚ ਡਿੱਗੇ ਪਏ ਸਨ। ਉਹ ਉਜੜੀਆਂ ਫਸਲਾਂ ਦੇ ਖੇਤਾਂ ਵਿੱਚੋਂ ਦੀ ਲੰਘੇ। ਰਸਤੇ 'ਚ ਕੱਲ੍ਹ ਵਾਲਾ ਡਰਨਾ ਵੀ ਆਇਆ। ਡਰਨੇ ਦਾ ਸਿਰ ਪਹਿਲਾਂ ਨਾਲੋਂ ਹੋਰ ਨੀਵਾਂ ਹੋ ਗਿਆ ਸੀ। ਅਵਾਨ ਤੋਂ ਵਾਪਸੀ ਵੇਲੇ ਉਹਨਾਂ ਨੂੰ ਉਜੜੇ ਖੇਤਾਂ 'ਚ ਵਾਪਸ ਆਉਂਦੇ ਘੁਮੰਤਰੂ ਕਬੀਲੇ ਦੇ ਸਜਿੰਦੇ ਮਿਲੇ। ਸਿਰਫ ਇੱਕ ਜਣੇ ਕੋਲ ਸਾਜ਼ ਵੇਖ ਕੇ ਉਹ ਰੁਕਣ ਦਾ ਹੌਸਲਾ ਨਾ ਕਰ ਸਕੇ। ਅੱਗੇ ਗਾਉਣ ਤਾਂ ਹੋਣਾ ਨਹੀਂ, ਅਸੀਂ ਵੀ ਮੁੜ ਚੱਲੇ ਹਾਂ। ਆਪਸ 'ਚ ਗੱਲਾਂ ਕਰਦੇ ਉਹ ਲੰਘ ਗਏ। ਅੱਜ ਸਾਰਾ ਦਿਨ ਤੁਰਦਿਆਂ ਹੀ ਲੰਘਿਆ। ਦੁੱਖਾਂ ਦੀਆਂ ਸੰਘਣੀਆਂ ਪਗਡੰਡੀਆਂ 'ਚ ਇੱਕ ਪਿੰਡ ਦਾ ਹੀ ਸਫ਼ਰ ਨਹੀਂ ਸੀ ਮੁੱਕਿਆ। ਫਿਰ ਮੱਕੇ ਤੋਂ ਨਿਕਲਦੇ ਸਾਰੇ ਲੋਕ ਕਿਉਂ ਪੁੱਛਣ ਲੱਗ ਪੈਂਦੇ ਸੀ, ਹਾਜੀ ਬਣ ਕੇ ਆਏ ਹੋ, ਹਾਜੀ ਬਣ ਗਏ ਹੋ। ਉਹਨੇ ਲਾਲੋ ਵੱਲ ਵੇਖਿਆ ਸੀ। ਹੁਣ ਪੁੱਛੇ ਤਾਂ ਲਾਲੋ ਕਿ ਹਾਜੀ ਬਣ ਆ ਗਿਆ ਏ ਤੂੰ। ਦੂਰ ਲਾਟਾਂ ਦਾ ਉਖੜਿਆ ਚਾਨਣ ਦਿਸਿਆ। ਅੱਗਾਂ ਹਾਲੇ ਪੂਰੀ ਤਰ੍ਹਾਂ ਨਹੀਂ ਸੀ ਬੁਝੀਆਂ। ਕਦੇ ਕਦੇ ਥਿਆਂ ਉੱਪਰ ਹਿਲਦੇ ਆਕਾਰਾਂ ਦੇ ਪਰਛਾਵੇਂ ਦਿਸਦੇ। ਮਰਦਾਨੇ ਦਾ ਕਈ ਵਾਰ ਜੀਅ ਕੀਤਾ ਕਿ ਲਾਲੋ ਕਿਤੇ ਖੜ ਕੇ ਬਾਬੇ ਨੂੰ ਸਵਾਲ ਕਰੇ, ਇਹ ਘੇਰਿਆਂ ਨੂੰ ਤੋੜਦੀ ਕਾਇਆ ਸ਼ਬਦ ਦੇ ਆਕਾਰ ਦੀ ਵਿੱਥ 'ਚ ਕਿਸ ਲਈ ਭਰਮਣ ਕਰ ਰਹੀ ਹੈ। ਉਹਦੇ ਬੇਪਰਵਾਹ ਗਲੇ ਦੀ ਸੋਝ ਵਿੱਚ ਕਈ ਧੁਨਾਂ ਦਾ ਮਿਸ਼ਰਣ ਘੁੰਮਿਆ। ਮਰਦਾਨੇ ਨੂੰ ਅੱਜ ਸਾਰਾ ਦਿਨ ਇੱਕ ਹੀ ਵਾਕ ਆਪਣੇ ਆਲੇ ਦੁਆਲੇ ਘੁੰਮਦਾ ਸੁਣਿਆ। ਲਾਲੋ ਤੂੰ ਕਦੇ ਪੁੱਛਦਾ ਨਹੀਂ ਸੁਣਿਆ, ਅੱਜ ਪੁੱਛ ਤਾਂ। ਇਹ ਕੋਈ ਮਲਕ ਭਾਗੋ ਤੇ ਲਾਲੋ ਦੇ ਘਰ ਦੇ ਵਿਚਕਾਰ ਦੀ ਕੋਈ ਜਗ੍ਹਾ ਸੀ। ਲਾਲੋ ਤੇਜ਼ ਕਦਮੀ ਅੱਗੇ ਲੰਘਦਾ ਬਾਬੇ ਵੱਲ ਘੁੰਮ ਕੇ ਖੜ ਗਿਆ। ਕੋਲੋਂ ਇੱਕ ਜਲੇ ਹੋਏ ਥੇ ਦੇ ਸੇਕ ਦੀ ਰੌਸ਼ਨੀ ਚਿਹਰੇ ਵਿਖਾ ਰਹੀ ਸੀ। ਹੁਣ ਬਾਬਾ ਤੇ ਲਾਲੋ ਆਮੋ ਸਾਹਮਣੇ ਸਨ, ਇਸ ਲਈ ਰਬਾਬ ਮਰਦਾਨੇ ਦੀ ਛਾਤੀ ਨਾਲ ਆ ਲੱਗੀ। ਮਰਦਾਨੇ ਨੂੰ ਜਾਪਿਆ ਜਲੇ ਹੋਏ ਥਿਆਂ ਦਾ ਚਾਨਣ ਬਾਬੇ ਵੱਲ ਖਿਸਕ ਰਿਹਾ ਸੀ। ਸੈਦਪੁਰ ਨੂੰ ਅੱਜ ਦੇ ਸਫ਼ਰ ਦਾ ਉੱਤਰ ਮਿਲਣ ਵਾਲਾ ਸੀ। ਰਬਾਬ ਨੂੰ ਪਤਾ ਨਹੀਂ ਕਦੋਂ ਸ਼ਬਦਾਂ ਨੇ ਧੁਨਾਂ ਦਾ ਚਾਨਣ ਵਿਖਾਇਆ। ਬਾਬੇ ਦੀ ਆਵਾਜ਼ ਨਾਲ ਸੰਗਤ ਕਰਦਿਆਂ ਮਰਦਾਨੇ ਨੇ ਗਾਏ ਸ਼ਬਦਾਂ ਨੂੰ ਕੁਝ ਇਸ ਤਰ੍ਹਾਂ ਸੁਣਿਆ, ਜੈਸੀ ਮਿਆਂ ਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੀ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੀ ਲਾਲੋ। ਰਾਗ ਤਿਲੰਗ ਦੀਆਂ ਧੁਨਾਂ ਸੁਣ ਕੋਈ 2 ਗਾਉਂਦੇ ਫਕੀਰਾਂ ਅੱਗੇ ਦੀਵਾ ਰੱਖ ਗਿਆ ਸੀ। ਮਰਦਾਨੇ ਨੂੰ ਪੈਰਾਂ ਹੇਠਾਂ ਕੁਝ ਬਦਲਿਆ ਬਦਲਿਆ ਦਿਸਿਆ। ਅੰਗ 40। ਲਾਲੋ ਸੈਦਪੁਰ ਤੋਂ 2 ਕੋਹ ਬਾਹਰ ਤੱਕ ਉਹਨਾਂ ਨੂੰ ਛੱਡਣ ਆਇਆ। ਪਿੱਛੇ ਰਹਿੰਦੇ ਸੈਦਪੁਰ ਨੂੰ ਮਰਦਾਨੇ ਨੇ ਰਾਗ ਤਿਲੰਗ ਦੀ ਧੁਨ 'ਚ ਯਾਦ ਕੀਤਾ, ਜੈਸੀ ਮਿਆਂ ਵੇ ਖਸਮ ਕੀ ਬਾਣੀ। ਸੱਜਰੀ ਸਵੇਰ ਸੀ। ਰਾਹਾਂ 'ਚ ਧਸੇ ਹੋਏ ਖੁਰਾਂ ਦੀ ਮਿੱਟੀ ਉੱਤੇ ਕਈ ਵਾਰ ਤਰੇਲ ਪੈ ਚੁੱਕੀ ਸੀ। ਜਿੱਥੇ ਮਿੱਟੀ ਤਿੜਕੀ ਸੀ ਸਲਾਬ ਨੇ ਉੱਥੇ ਟਿਕਾ ਦਿੱਤੀ ਸੀ। ਅੱਜ ਤੜਕੇ ਕੁਝ ਚੱਕੀਆਂ ਦੇ ਚੱਲਣ ਦੀ ਆਵਾਜ਼ ਵੀ ਸੁਣੀ ਸੀ। ਕਈ ਦਿਨਾਂ ਬਾਅਦ ਅੱਜ ਕੀਤਾ ਹੱਜ ਵੀ ਯਾਦ ਆਇਆ। ਅੱਗੇ ਚੱਲਦੇ ਲਾਲੋ ਤੇ ਬਾਬੇ ਦੇ ਸੰਵਾਦ ਕਈ ਵਾਰ ਉਹ ਸੁਣ ਲੈਂਦਾ ਤੇ ਕਈ ਵਾਰੀ ਚੁਫੇਰਾ ਉਹਨੂੰ ਆਪਣੇ ਕੋਲ ਸੱਦ ਲੈਂਦਾ। ਬੀਜ ਕੋਲ ਆਪਣੇ ਅੰਦਰ ਝਾਕਣ ਦਾ ਹੁਨਰ ਨਹੀਂ ਹੈ, ਮਨੁੱਖ ਕੋਲ ਇਹ ਅਵਸਰ ਹੈ। ਲਾਲੋ ਉਹ ਅਜਿਹੇ ਖੇਤ ਕੋਲੋਂ ਲੰਘ ਰਹੇ ਸਨ ਜੋ ਯੁੱਧ ਤੋਂ ਪਹਿਲਾਂ ਬੀਜਿਆ ਗਿਆ ਸੀ। ਹਲਕੀ ਹਲਕੀ ਹਵਾ ਦੀ ਝੋਲ ਨਾਲ ਤਰੇਲ ਕੰਬਦੀ ਤੇ ਤਾਜ਼ੇ ਤੂਣਾਂ ਦਾ ਸਿਰ ਧਰਤੀ ਨਾਲ ਜਾ ਲੱਗਦਾ। ਇਸ ਤੋਂ ਬਾਅਦ ਲਾਲੋ 2 ਕਦਮ ਅੱਗੇ ਹੋ ਬਾਬੇ ਅੱਗੇ ਨਿਵਿਆ। ਬਾਬਾ ਕੁਝ ਨਹੀਂ ਬੋਲਿਆ। ਸ਼ਾਇਦ ਵਾਪਸੀ ਵਾਲੇ ਲਫ਼ਜ਼ ਬਾਬਾ ਪਹਿਲੇ ਕਹਿ ਚੁੱਕਾ ਹੈ। ਪਿੱਛੇ ਆਉਂਦੇ ਮਰਦਾਨੇ ਨਾਲੋਂ ਕੁਝ ਛਿਣ ਗਲੇ ਮਿਲਿਆ। ਬਿਨਾਂ ਕੋਈ ਆਵਾਜ਼ ਕੀਤਿਆਂ 3 ਤੋਂ 2 ਰਹਿ ਗਏ। ਥੋੜ੍ਹੀ ਦੇਰ ਬਾਅਦ ਮਰਦਾਨੇ ਨੇ ਪਿੱਛੇ ਮੁੜ ਕੇ ਵੇਖਿਆ। ਦੂਰੀਆਂ ਦੀ ਇੱਕ ਨੀਲੀ ਝਲਕ ਦਿਸ ਰਹੀ ਸੀ। ਲਾਲੋ ਕਿਤੇ ਉਸ ਨਿਲੱਤਣ 'ਚ ਖੋ ਚੁੱਕਾ ਸੀ। ਜਿਉਂ-ਜਿਉਂ ਸੁਲਤਾਨਪੁਰ ਨੇੜੇ ਆਉਂਦਾ ਗਿਆ, ਰਾਹੀਆਂ ਕੋਲੋਂ ਜਾਣਕਾਰੀ ਮਿਲਦੀ ਗਈ। ਜਦੋਂ ਸੁਲਤਾਨਪੁਰ ਦਿਸਣ ਲੱਗਾ, ਉਦੋਂ ਤੱਕ ਸਭ ਕੁਝ ਸੁਣ ਚੁੱਕੇ ਸਨ।
ਰਾਈਆਂ ਨੇ ਉਹਨਾਂ ਦੇ ਅੰਦਰ ਜਾਣ ਤੋਂ ਵਰਜਿਆ ਸੀ। ਲੋਧੀਆਂ ਨੂੰ ਤਾਨਾ ਵੀ ਮਾਰਿਆ, ਜੇ ਲਾਹੌਰ ਇੰਨਾ ਹੀ ਪਿਆਰਾ ਸੀ ਤਾਂ ਮੁਗਲਾਂ ਅੱਗੇ ਗੋਡੇ ਕਿਉਂ ਟੇਕੇ? ਤੇ ਜਦੋਂ ਸਿਰ ਦੇਣ ਦੀ ਵਾਰੀ ਆਈ ਉਦੋਂ ਸਿਰ ਝੁਕਾ ਬੈਠ ਗਏ। ਉਹ ਤੀਜੇ ਪਹਿਰ ਤੋਂ ਥੋੜ੍ਹੀ ਦੇਰ ਪਹਿਲਾਂ ਸੁਲਤਾਨਪੁਰ ਦੇ ਕਿਲ੍ਹੇ ਦੇ ਅੱਗੇੋਂ ਲੰਘੇ, ਜਿਸ ਅੰਦਰ ਦੌਲਤ ਖਾਂ ਕੈਦ ਸੀ। ਅੰਦਰ ਘੋੜਸਵਾਰ ਫਿਰ ਰਹੇ ਸਨ। ਉੱਚੀਆਂ ਅਟਾਰੀਆਂ ਜੋ ਢਹਿਣੋਂ ਬਚ ਗਈਆਂ ਸਨ, ਉਹਨਾਂ ਉੱਤੇ ਖੜ੍ਹੇ ਸਿਪਾਹੀ ਦੂਰ ਤੱਕ ਨਜ਼ਰ ਰੱਖ ਰਹੇ ਸਨ। ਵੱਡੀਆਂ ਵੱਡੀਆਂ ਦੇਗਾਂ ਵਿੱਚ ਗੋਸ਼ਤ ਪੱਕ ਰਿਹਾ ਸੀ। ਇੱਕ ਮੁਗਲ ਸਿਪਾਹੀ ਨੇ ਆਪਣੇ ਦੋ ਭਾਸ਼ੀਏ ਤੋਂ ਲੰਘਦੇ ਰਾਹੀਆਂ ਬਾਰੇ ਪੁੱਛਿਆ, ਐਵੇਂ ਹੀ ਨੇ? ਇਹ ਆਵਾਜ਼ ਮਰਦਾਨੇ ਦੀ ਕੰਨੀ ਪਈ। ਨਾਨਕੀ ਦੇ ਘਰ ਤੱਕ ਕੋਈ ਬਸ਼ਿੰਦਾ ਨਹੀਂ ਮਿਲਿਆ। ਬੰਦ ਦਰਵਾਜ਼ੇ ਅੱਗੇ ਦੋ ਬਜ਼ੁਰਗ ਖੜ੍ਹੇ ਸਨ, ਜਿਨ੍ਹਾਂ ਦੀਆਂ ਲੱਤਾਂ, ਬਾਹਾਂ 'ਤੇ ਝਰੀਟਾਂ ਸਨ, ਜਿਨ੍ਹਾਂ ਲੰਮੇ ਲੰਮੇ ਮੈਲੇ ਚੋਗੇ ਪਾਏ ਸਨ। ਇੱਕ ਦੇ ਹੱਥ ਸਾਜ਼ ਤੇ ਇੱਕ ਦੇ ਸਿਰ ਪੁਰਾਣੀ ਪੰਡੋਕਲੀ ਸੀ। ਲੋਕਾਂ ਨੇ ਉਹਨਾਂ ਨੂੰ ਕਈ ਵਾਰ ਨਾਨਕੀ ਦਾ ਦਰਵਾਜ਼ਾ ਖੜਕਾਉਂਦੇ ਵੇਖਿਆ। ਸਭ ਘਰਾਂ ਦੇ ਦਰਵਾਜ਼ੇ ਅੰਦਰੋਂ ਬੰਦ ਸਨ। ਕਈ ਵਾਰ ਖੜਕਾਉਣ 'ਤੇ ਬਹੁਤ ਹੀ ਹੌਲੀ ਜਿਹੇ ਦਰਵਾਜ਼ਾ ਖੁੱਲ੍ਹਿਆ। ਪੀਰ ਆਏ ਨੇ, ਟਹਿਲਣ ਦੀ ਆਵਾਜ਼ ਸੁਣ ਨਾਨਕੀ ਡਿਉਢੀ ਵਿੱਚ ਆਈ। ਇਸ ਵਾਰੀ ਉਹ ਤੇਜ਼ੀ ਨਾਲ ਵੇਖਦੀ ਸਾਰ ਦਰਵਾਜ਼ੇ ਵੱਲ ਨਾ ਆਈ। ਕੁਝ ਦੇਰ ਖੜ੍ਹ ਕੇ ਦੋਵਾਂ ਨੂੰ ਗੌਰ ਨਾਲ ਵੇਖਿਆ, ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਸਾਫ਼ ਹੋਣ ਦਿੱਤਾ। ਮੇਰੇ ਰਿਸ਼ੀ ਵੀਰ ਹਾਜੀ ਹੋ ਕੇ ਆਏ ਨੇ। ਨਸੀਮਾ, ਉਹਨੇ ਟਹਿਲਣ ਨੂੰ ਆਵਾਜ਼ ਮਾਰੀ, ਤੂੰ ਦੱਸ ਹਾਜੀਆਂ ਨੂੰ ਕਿਵੇਂ ਦੇਹਲੀਆਂ ਟਪਾਈਦਾ? ਦੇਹਲੀ ਤਾਂ ਅਸੀਂ ਟੱਪ ਆਏ ਭੈਣ, ਮਰਦਾਨੇ ਨੇ ਅੱਗੇ ਵੱਧ ਕੇ ਪੈਰੀਂ ਹੱਥ ਲਾਇਆ। ਇਹ ਤੋਂ ਪਹਿਲਾਂ ਨਾਨਕੀ ਰੋਕੇ। ਬਾਬੇ ਨੇ ਵੀ ਮੌਕਾ ਵੇਖ ਭੈਣ ਦੇ ਪੈਰ ਛੂਹ ਲਏ। ਹੁਣ ਤੁਸੀਂ ਬਹੁਤ ਵੱਡੇ ਹੋ ਗਏ ਹੋ, ਮੇਰੇ ਪੈਰਾਂ ਵੱਲ ਨਾ ਵੇਖਿਆ ਕਰੋ। ਉਹ ਦੋਵਾਂ ਦੇ ਹੱਥ ਫੜ ਅੰਦਰ ਡਿਉਢੀ 'ਚ ਲੈ ਆਈ। ਨਾਨਕੀ ਨੇ ਇੱਕ ਇੱਕ ਕਰਕੇ ਚੁਫੇਰੇ ਹੋਏ ਕਤਲੇਆਮ ਦੀਆਂ ਕਹਾਣੀਆਂ ਸੁਣਾਈਆਂ। ਕੈਦ ਵਿੱਚ ਦੌਲਤ ਖਾਂ ਇਸ ਵੇਲੇ ਸਖਤ ਬਿਮਾਰ ਸੀ। ਵਾਲੇ ਦੇ ਪਿੰਡਾਂ ਵਿੱਚ ਹੁਣ ਖਾਣ ਜੋਗਾ ਅੰਨ ਵੀ ਨਹੀਂ ਸੀ ਛੱਡਿਆ। ਉਹ ਕਈ ਵਾਰ ਜੈ ਰਾਮ ਨੂੰ ਵੀ ਪੁੱਛਣ ਆਏ ਸਨ। ਉਹ ਲਾਗਦੇ ਕਿਸੇ ਪਿੰਡ ਛੁਪ ਕੇ ਰਹਿ ਰਿਹਾ ਸੀ। ਕਦੀ ਵੀ ਕੁਝ ਵੀ ਹੋ ਸਕਦਾ ਸੀ। ਨਾਨਕੀ ਸੁਣਾਉਂਦੀ ਜਾ ਰਹੀ ਸੀ। ਫਿਰ ਉਹ ਹੰਝੂ ਵਹਾਉਂਦੀ ਮੁਸਕਰਾਉਂਦੀ ਕਹਿ ਜਾਂਦੀ, ਮੈਂ ਵੀ ਦੋ ਰਿਸ਼ੀਆਂ ਦੀ ਭੈਣ ਆ। ਰਾਤ ਨੂੰ ਪੈਣ ਲੱਗੇ ਉਹਨਾਂ ਦੱਸ ਦਿੱਤਾ ਸੀ ਵੀ ਸਵੇਰੇ ਉਹਨਾਂ ਵਾਪਸ ਮੁੜਨਾ ਹੈ। ਤੇਰੇ ਸਾਦੇ ਕੱਪੜੇ ਮੈਂ ਸਾਂਭ ਕੇ ਰੱਖੇ ਨੇ ਵੀਰ। ਕੁਝ ਪਲਾਂ ਲਈ ਨਾਨਕੀ ਦੀ ਆਵਾਜ਼ ਬਦਲ ਗਈ ਸੀ। ਲਗਭਗ 3 ਦਹਾਕੇ ਪਹਿਲਾਂ ਸੁਲਤਾਨਪੁਰੋਂ ਹੀ ਸਾਦੇ ਕੱਪੜੇ ਲਾਹ ਭਗਵੇਂ ਪਾਏ ਸਨ। ਅਗਲੇ ਹੀ ਪਲ ਉਹਨੇ ਸਦਾ ਰਹਿਣ ਵਾਲੀ ਆਵਾਜ਼ 'ਚ ਬੋਲਿਆ, ਮੈਂ ਆਪਣੇ ਵੀਰਾਂ ਨੂੰ ਸਜਾ ਕੇ ਤੋਰਾਂਗੀ। ਉਹਨੇ ਪਹਿਲਾਂ ਹੀ ਸਿਉਂ ਕੇ ਰੱਖੇ ਚੋਗੇ ਬਾਹਰ ਕੱਢ ਦਿੱਤੇ। ਪੰਡੋਕਲੀ ਦੇ ਮੈਲੇ ਚੋਗੇ ਧੋ ਕੇ ਸੁੱਕਣੇ ਪਾ ਦਿੱਤੇ। ਸਵੇਰੇ ਉਹ ਸੁਲਤਾਨਪੁਰ ਤੋਂ ਸੱਜ ਸਵਰ ਕੇ ਨਿਕਲੇ। ਜਾਪਦਾ ਹੀ ਨਹੀਂ ਸੀ ਕੋਈ ਇੰਨੇ ਲੰਮੇ ਸਫ਼ਰਾਂ ਤੋਂ ਮੁੜਿਆ। ਅਗਲਾ ਪਿੰਡ ਛੇਤੀ ਆ ਗਿਆ ਸੀ। ਪੰਛੀ ਤ੍ਰਿਵੈਣੀ ਉੱਤੇ ਮੁੜ ਆਏ ਸਨ। ਖੰਡਰ ਹੋਏ ਪਿੰਡ ਦੇ ਲੋਕ ਹਾਲੇ ਨਹੀਂ ਸੀ ਪਰਤੇ। ਪਿੰਡ ਅੱਗੇ ਇੱਕ ਆਸ਼ਰਮ ਦਾ ਵਿਹੜਾ ਕਰਮੰਡਲਾਂ ਕਾਸਿਆਂ ਨਾਲ ਭਰਿਆ ਪਿਆ ਸੀ। ਭੱਜਣ ਲੱਗੇ ਸਾਧੂ ਇਹਨਾਂ ਨੂੰ ਵੀ ਨਾਲ ਚੁੱਕ ਨਹੀਂ ਸੀ ਸਕੇ। ਬਿਲਕੁਲ ਜਾਣੇ ਪਛਾਣੇ ਪਿੰਡਾਂ ਦੇ ਰਸਤਿਆਂ ਦੀਆਂ ਨੁਹਾਰਾਂ ਵੀ ਮਰਦਾਨੇ ਦੀ ਪਛਾਣ 'ਚ ਨਹੀਂ ਸੀ ਆ ਰਹੀਆਂ। ਉੱਚੀਆਂ ਅਟਾਰੀਆਂ, ਬੁਰਜਾਂ, ਹਵੇਲੀਆਂ ਦੀਆਂ ਨਿਸ਼ਾਨੀਆਂ ਬਿਲਕੁਲ ਬੇਪਛਾਣ ਹੋ ਚੁੱਕੀਆਂ ਸਨ। ਧੰਨਵਾਦ। ਚੱਲਦਾ।